ਨਾ ਤਾਂ ਮੂਸੇਵਾਲਾ ਦਾ ਇਕੱਠ ਦੇਖਣ ਵਾਸਤੇ ਬੱਬੂ ਮਾਨ ਉੱਥੇ ਗਏ ਨੇ ਜੀ, ਨਾ ਬੱਬੂ ਮਾਨ ਦਾ ਇਕੱਠ ਦੇਖਣ ਵਾਸਤੇ ਮੂਸੇਵਾਲਾ ਗਿਆ। ਲੋਕਾਂ ਨੇ ਇਹ ਗੱਲ ਕੀਤੀ ਹੈ ਨਾ, ਬਿਲਕੁਲ ਝਗੜਾ ਤਾਂ ਸ਼ੁਰੂ ਹੋਇਆ ਨਾ। ਇਹ ਮੇਰਾ ਮਤਲਬ ਹੈ ਇਹ ਜਿਹੜੇ ਨਾਲ ਚਮਚੇ ਰੱਖੇ ਹੁੰਦੇ ਨੇ ਨਾ, ਉਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ। ਕੰਪੀਟੀਸ਼ਨ ਲੋਕਾਂ ਦਾ ਹੁੰਦਾ ਜੀ। ਗਾਉਣ ਵਾਲੇ ਦਾ ਕੀ ਕੰਪੀਟੀਸ਼ਨ ਹੈ? ਗਾਉਣ ਵਾਲੇ ਦਾ ਕਿਸ ਦਾ? ਦੇਖੋ ਮਾਨਕ ਸਾਹਿਬ ਸੀਗੇ ਨਾ, ਉਹ ਕਲੀਆਂ ਦੇ ਬਾਦਸ਼ਾਹ ਸੀਗੇ, ਮੈਂ ਕਲੀ ਗਾਉਂਦਾ ਹੀ ਨਹੀਂ ਹੈਗਾ। ਜਿਹੜੇ ਫੈਨ ਨੇ ਉਹ ਆਪਸ 'ਚ ਝਗੜਦੇ ਨੇ, ਮੂਸੇਵਾਲਾ ਸਾਹਿਬ ਆਪਣਾ ਕੰਮ ਕਰਦੇ ਹੋਣਗੇ, ਮਾਨ ਸਾਹਿਬ ਆਪਣਾ ਕਰਦੇ ਹੋਣਗੇ, ਇਹ ਝਗੜਾਲੂ ਨੇ ਝਗੜੀ ਜਾਣ। ਪਤਾ ਕੀ ਗੱਲ ਹੈ ਜੀ, ਲੋਕ ਵਿਹਲੇ ਨੇ। ਮੈਨੂੰ ਗੁੱਸਾ ਆ ਗਿਆ ਤੇ ਮੈਂ ਬਾਬੂ ਸਿੰਘ ਮਾਨ ਨੂੰ ਕਿਹਾ, ਮੈਂ ਇਹਦਾ ਜਵਾਬ ਦੇਵੋ। ਮਾਨ ਸਾਹਿਬ ਕਹਿੰਦੇ ਕਿਉਂ? ਮੈਂ ਕਿਹਾ ਉਹਨੇ ਲਿਖ ਦਿੱਤਾ। ਕਹਿੰਦਾ ਹੁਣ ਤਾਂ ਪਤਾ ਨਹੀਂ ਕੋਈ ਜਾਣਦਾ ਕਿ ਨਹੀਂ ਜਾਣਦਾ। ਜਦੋਂ ਮੈਂ ਇਹਦਾ ਜਵਾਬ ਦੇਵਾਂਗਾ ਲੋਕੀ ਪੁੱਛਣਗੇ ਮੇਰੇ ਉਹ ਕੌਣ ਆ ਜਿਹਦਾ ਬਾਬੂ ਸਿੰਘ ਮਾਨ ਜਵਾਬ। ਜਦੋਂ ਚਮਕੀਲਾ ਜੀ ਦੀ ਹੱਤਿਆ ਹੋਈ ਹੈ ਨਾ, ਉਦੋਂ ਘੱਟ ਤੇ ਘੱਟ 5-6 ਮਹੀਨੇ ਗਾਉਣ ਵਾਲਿਆਂ ਦੇ ਕੁੰਡੇ ਮੁੱਦੇ ਪਏ ਨੇ। ਕੰਮ ਇੰਨਾ ਬੰਦ ਹੋ ਗਿਆ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਪੰਜਾਬੀ ਗਾਇਕੀ ਦੇ ਜਿਹੜੇ ਟ੍ਰੈਂਡ ਨੇ ਜਾਂ ਦੌਰ ਨੇ ਉਹ ਬਦਲਦੇ ਰਹੇ ਨੇ। ਕਦੇ ਸੋਲੋ ਗਾਇਕੀ ਆਈ, ਕਦੇ ਦੁਗਾਣਾ ਗਾਇਕੀ ਆਈ। ਸਮੇਂ ਦੇ ਨਾਲ ਨਾਲ ਟ੍ਰੈਂਡ ਵੀ ਚੇਂਜ ਹੁੰਦਾ ਰਹਿੰਦਾ ਏ। ਪਰ ਕਈ ਅਜਿਹੇ ਗਾਇਕ ਵੀ ਹੁੰਦੇ ਨੇ ਜਿਹੜੇ ਦਹਾਕਿਆਂ ਵੱਧੀ ਗਾਉਂਦੇ ਨੇ, ਤੇ ਉਹਨਾਂ ਦੇ ਵਿੱਚੋਂ ਇੱਕ ਨੇ ਮੁਹੰਮਦ ਸਦੀਕ ਸਾਹਿਬ। ਤੇ ਅੱਜ ਸਾਡੇ ਖੁਸ਼ਕਿਸਮਤੀ ਹੈ ਕਿ ਅੱਜ ਸਾਡੇ ਨਾਲ ਮੁਹੰਮਦ ਸਦੀਕ ਹੋਰੀ ਮੌਜੂਦ ਨੇ। ਸਦੀਕ ਸਾਹਿਬ, ਸਵਾਗਤ ਹੈ ਤੁਹਾਡਾ। ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਮੈਂ ਡੇਲੀ ਪੋਸਟ ਦੇ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਬੜੇ ਅਦਬ ਨਾਲ, ਪਿਆਰ ਨਾਲ, ਇਹਤਰਾਮ ਨਾਲ ਸਤਿ ਸ੍ਰੀ ਅਕਾਲ ਬਣਾਉਣਾ, ਆਦਾਬ ਕਹਿਣਾ। ਸਦੀਕ ਸਾਹਿਬ, ਜਿਵੇਂ ਅਸੀਂ ਸ਼ੁਰੂਆਤ ਜਿਹੜੀ ਗੱਲ ਤੋਂ ਕੀਤੀ ਹੈ ਕਿ ਦੌਰ ਬਦਲਦੇ ਰਹਿੰਦੇ ਨੇ। ਕਿਸੇ ਵੇਲੇ ਕਿਸੇ ਗਾਇਕ ਦੀ ਚੜ੍ਹਾਈ ਹੁੰਦੀ ਹੈ, ਕਿਸੇ ਵੇਲੇ ਹੋਰ ਅੱਗੇ ਗਾਇਕ ਆ ਜਾਂਦੇ ਨੇ, ਬਦਲਦੇ ਰਹਿੰਦੇ ਨੇ। ਤੇ ਤੁਸੀਂ ਤਾਂ ਬਹੁਤ ਦੌਰ ਦੇਖੇ ਨੇ ਜ਼ਿੰਦਗੀ ਦੇ ਵਿੱਚ ਗਾਇਕੀ ਦੇ, ਤੇ ਤੁਸੀਂ ਆਪ ਵੀ ਉਹ ਟੀਸੀ ਤੇ ਰਹੇ ਹੋ ਤੇ ਹੁਣ ਵੀ ਹੋ, ਕਿਉਂਕਿ ਤੁਸੀਂ ਹੁਣ ਵੀ ਅਖਾੜੇ ਹੁਣ ਵੀ ਲਾਉਂਦੇ ਹੋ। ਰਾਣਾ ਜੀ, ਜਿਹੜਾ ਬਦਲਾਅ ਹੈ ਜੀ, ਇਹ ਕੁਦਰਤ ਦਾ ਅਸੂਲ ਹੈ ਜੀ। ਜਦੋਂ ਕੁਦਰਤ ਰੁੱਤਾਂ ਬਦਲ ਸਕਦੀ ਹੈ ਜੀ, ਸਮਾਂ ਬਦਲ ਸਕਦੀ ਹੈ, ਤਾਂ ਜ਼ਿੰਦਗੀ ਦੇ ਵਿੱਚ ਵੀ ਬਦਲਾਅ ਆਉਣੇ ਕੁਦਰਤੀ ਗੱਲ ਹੈ ਜੀ। ਹੁਣ ਜਦੋਂ ਕਿ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ, ਹੁਣ ਤਾਂ ਜਿਹੜਾ ਬਦਲਾਅ ਉਹ ਦਿਨੋਂ ਦਿਨ ਜ਼ਿਆਦਾ ਆਉਂਦਾ ਹੈ, ਤੇਜ਼ੀ ਦੇ ਨਾਲ। ਤੇ ਇਸ ਕਰਕੇ ਸਰੋਤਿਆਂ ਦੇ ਸੁਣਨ ਦਾ ਜਿਹੜਾ ਤਰੀਕਾ ਹੈ ਉਹ ਵੀ ਬਦਲ ਗਿਆ, ਤੇ ਜਿਹੜਾ ਸਿੰਗਰਸ ਦੇ ਮਤਲਬ ਕਲਾਕਾਰਾਂ ਦੇ ਗਾਉਣ ਦਾ ਤਰੀਕਾ ਉਹ ਵੀ ਬਦਲ ਗਿਆ। ਅੱਛਾ, ਜਦੋਂ ਸ਼ੁਰੂਆਤ ਕਿਵੇਂ ਪੱਥਰ ਦੇ ਤਵੇ, ਫਿਰ ਦੂਜੇ, ਫਿਰ ਕੈਸਟਾਂ, LP ਰਿਕਾਰਡ, ਫਿਰ ਸੀਡੀਆਂ, ਫਿਰ DVDਆਂ, ਹੁਣ ਕਾਰਡ, ਹੁਣ iTunes, ਮਤਲਬ ਰਫਤਾਰ ਦੇਖੋ ਤੁਸੀਂ। ਮੈਂ ਉਹੀ ਗੱਲ ਕਰ ਰਿਹਾ ਨਾ, ਸਾਇੰਸ ਨੇ ਜਿਉਂ ਜਿਉਂ ਤਰੱਕੀ ਕੀਤੀ ਹੈ ਤਿਉਂ ਕੁਛ ਨਾ ਕੁਛ ਬਦਲਦਾ ਰਿਹਾ, ਔਰ ਇਹ ਸਾਰਾ ਉਹਦੀ ਮਿਹਰਬਾਨੀ ਹੈ। ਵੀ ਦੇਖੋ ਕਿਤੇ ਪੱਥਰ ਦੇ ਰਿਕਾਰਡ, ਕਿਤੇ ਲਾਖ ਦੇ ਰਿਕਾਰਡ, ਫਿਰ ਉਹ ਛੋਟੇ ਆ ਗਏ EP ਵਗੈਰਾ, LP ਵਗੈਰਾ, ਫਿਰ ਕੈਸਟ ਆ ਗਈ ਹੈ ਜੀ। ਇਹ ਸਾਰਾ ਕੁਛ ਜਿਹੜੇ ਸਾਇੰਸਦਾਨ ਨੇ ਉਹਨਾਂ ਦੀਆਂ ਕਾਢਾਂ ਨੇ, ਤੇ ਉਹ ਜਿੰਨਾ ਹੋ ਸਕੇ ਉਹ ਥੋੜ੍ਹੇ ਮਤਲਬ ਜਗ੍ਹਾ ਦੇ ਵਿੱਚ ਬਹੁਤੀ ਚੀਜ਼ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਨੇ। ਬਿਲਕੁਲ, ਚੇਂਜ ਇਜ਼ ਦਾ ਲਾਅ ਆਫ ਨੇਚਰ ਹੈ। ਪਰ ਇੱਕ ਜਿਹੜੀ ਅੱਜ ਦੇ ਦੌਰ ਦੀ ਗੱਲ ਸਦੀਕ ਸਾਹਿਬ ਤੁਹਾਡੇ ਨਾਲ ਕਰਨਾ ਚਾਹੁੰਦੇ ਆ, ਪੰਜਾਬ ਦੇ ਗਾਇਕ ਨੇ ਬੱਬੂ ਮਾਨ। ਹਾਂਜੀ। ਇੱਕ ਐਨੀ ਦਿਨੀ ਬਹੁਤ ਚਰਚਾ ਦੇ ਵਿੱਚ ਨੇ ਗਾਇਕ ਸਿੱਧੂ ਮੂਸੇਵਾਲਾ ਜੀ। ਤੁਸੀਂ ਸੁਣਦੇ ਹੋ ਦੋਨਾਂ ਨੂੰ ਕਦੇ? ਹਾਂ, ਨਹੀਂ, ਬੱਬੂ ਮਾਨ ਬਹੁਤ ਅੱਛੇ ਸਿੰਗਰ ਨੇ, ਤੇ ਜਿੱਥੇ ਤੱਕ ਮੂਸੇਵਾਲੇ ਦਾ ਤਾਲੁਕ ਹੈ ਉਹਨਾਂ ਦਾ ਨਾਮ ਬਹੁਤ ਸੁਣਿਆ, ਕਿਉਂਕਿ ਮੈਂ ਹੁਣ ਅੱਜ ਕੱਲ੍ਹ ਜਨਤਾ ਦੀ ਸੇਵਾ 'ਚ ਲੱਗਿਆ ਹੋਇਆ, ਇਸ ਕਰਕੇ ਮੌਕਾ ਬਹੁਤ ਘੱਟ ਮਿਲਦਾ। ਲੇਕਿਨ ਮੈਂ ਸੁਣਿਆ ਵੀ ਇਸ ਵੇਲੇ ਉਹ ਬਹੁਤ ਮਤਲਬ ਉਹਨਾਂ ਦੀ ਜਿਹੜੀ ਪੋਪੂਲੈਰਿਟੀ ਹੈ ਉਹ ਬਹੁਤ ਹੀ ਜ਼ਿਆਦਾ ਹੈ। ਠੀਕ ਹੈ ਸਦੀਕ ਸਾਹਿਬ, ਇੰਨੀ ਦਿਨ ਨਾ ਇੱਕ ਚਰਚਾ ਹੈ ਆਪਸ ਦੇ ਵਿੱਚ, ਕਿਉਂਕਿ ਚਾਹੁਣ ਵਾਲੇ ਸਾਰਿਆਂ ਦੇ ਹੁੰਦੇ ਨੇ। ਜੀ। ਬੱਬੂ ਮਾਨ ਦੇ ਵੀ ਨੇ, ਸਿੱਧੂ ਮੂਸੇਵਾਲਾ ਹੋਰਾਂ ਦੇ ਵੀ ਨੇ। ਜੀ। ਪਰ ਆਪਸ ਦੇ ਵਿੱਚ ਇੱਕ ਨਵੀਂ ਹੋਈ ਕੰਟਰੋਵਰਸੀ ਜੀ ਹੈ ਕਿ ਕੁਝ ਉਧਰੋਂ ਬੋਲ ਦਿੰਦੇ ਨੇ, ਕੁਝ ਇੱਧਰੋਂ ਬੋਲ ਦਿੰਦੇ ਨੇ। ਫੇਸਬੁੱਕ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤਾਂ ਇੱਕ ਦੂਜੇ ਦੇ ਬਾਰੇ ਕੁਝ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਨੇ। ਰਾਣਾ ਜੀ, ਕਿਉਂਕਿ ਅਸੀਂ ਪਿੰਡਾਂ 'ਚੋਂ ਆਏ ਹਾਂ ਜੀ, ਪਿੰਡਾਂ 'ਚ ਜੋ ਕੁਝ ਦੇਖਿਆ ਮੈਂ ਤੁਹਾਨੂੰ ਉਹਦੀ ਮਿਸਾਲ ਦੇ ਦਿੰਦਾ ਜੀ। ਦੋ ਬੰਦੇ ਲੜਦੇ ਹੋਣ ਜਾਂ ਦੋ ਜਨਾਨੀਆਂ ਲੜਦੀਆਂ ਹੋਣ, ਝਗੜਾ ਤਾਂ ਉਹਨਾਂ ਦਾ ਆਪਸ 'ਚ ਹੁੰਦਾ ਨਾ, ਪਰ ਦੇਖਣ ਵਾਲੇ, ਤਮਾਸ਼ਾ ਦੇਖਣ ਵਾਲੇ ਕੋਠਿਆਂ 'ਤੇ ਖੜ ਜਾਂਦੇ ਨੇ ਜੀ। ਹਜੇ ਆਉਣ ਜਾਣ ਵਾਲਾ ਸਾਈਕਲ ਖੜਾ ਕਰਕੇ ਫਿਰ ਸੁਣਨ ਲੱਗ ਜਾਂਦਾ। ਇਹੀ ਜਿਹੀ ਪੋਜੀਸ਼ਨ ਹੈ। ਇਹਦੇ ਵਿੱਚ ਮੈਂ ਸਮਝਦਾ ਜਾਂ ਤਾਂ ਉਹ ਆਪਣੇ ਸਰੋਤਿਆਂ ਨੂੰ ਮਤਲਬ ਇਹ ਦੱਸ ਰਹੇ ਨੇ ਬਈ ਭਾਈ ਫਿਕਰ ਨਾ ਕਰੋ, ਜੋ ਮੈਂ ਹੀ ਹਾਂ, ਹੋਰ ਕੋਈ ਨਹੀਂ ਹੈ।
ਜਾਂ ਤਾਂ ਉਹ ਇਹ ਦੱਸ ਰਹੇ ਨੇ ਉਹਨਾਂ ਦੀ ਸੈਟੀਸਫੈਕਸ਼ਨ ਵਾਸਤੇ ਕੁਝ ਇੰਨੀਆਂ ਗੱਲਾਂ ਕਰਦੇ ਹੋਣਗੇ, ਪਰ ਮੈਂ ਸਮਝਦਾ ਐਸਾ ਚਾਹੀਦਾ ਨਹੀਂ ਹੈ, ਕਿਉਂਕਿ ਦੋਨੇ ਸਿਆਣੇ ਨੇ, ਪੜ੍ਹੇ ਲਿਖੇ ਨੇ। ਬੱਬੂ ਜੀ ਤਾਂ ਯੂਨੀਵਰਸਿਟੀ 'ਚ ਪੜ੍ਹੇ ਨੇ, ਮੂਸਾ ਜੀ ਵਾਸਤੇ ਮੈਂ ਇੰਨਾ ਬਹੁਤਾ ਜਾਣਦਾ ਨਹੀਂ। ਕੈਨੇਡਾ 'ਚ ਪੜ੍ਹੇ ਨੇ। ਅੱਛਾ, ਉਹ ਕੈਨੇਡਾ 'ਚ ਪੜ੍ਹੇ ਨੇ। ਤੇ ਮੇਰਾ ਮਤਲਬ ਹੈ ਵੀ ਦੋਨੋਂ ਲਿਆਕਤ ਵਾਲੇ ਲੋਕ ਨੇ, ਸਮਝਦਾਰ ਲੋਕ ਨੇ, ਪੜ੍ਹੇ ਲਿਖੇ ਲੋਕ ਨੇ। ਅਗਰ ਕੋਈ ਮਾੜੀ ਮੋਟੀ ਗੱਲ ਹੋ ਵੀ ਗਈ ਹੈ, ਮੈਨੂੰ ਜ਼ਿਆਦਾ ਪਤਾ ਨਹੀਂ ਹੈ, ਤਾਂ ਮੈਂ ਸਮਝਦਾ ਵੀ ਇਸ ਗੱਲ ਨੂੰ ਛੱਡ ਕੇ ਲੋਕਾਂ ਦੇ ਮਨੋਰੰਜਨ ਵਾਸਤੇ ਕੰਮ, ਪਰ ਲੋਕ ਤਾਂ ਇਹਦੇ ਵਿੱਚ ਵੀ ਮਨੋਰੰਜਨ ਪਰ ਸਦੀਕ ਸਾਹਿਬ, ਅਸੀਂ ਤਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੇ ਵੀ ਸਮਕਾਲੀ ਗਾਇਕ ਹੋਣਗੇ, ਕੁਲਦੀਪ ਮਾਨਕ ਸਾਹਿਬ ਜਾਂ ਸ਼ਾਇਦ ਸੁਰਿੰਦਰ ਸ਼ਿੰਦਾ, ਅਮਰ ਸਿੰਘ ਚਮਕੀਲਾ, ਹੋਰ ਉਸ ਵੇਲੇ ਦੀਦਾਰ ਸੰਧੂ ਹੋਰੀ। ਹਾਂਜੀ। ਜਦੋਂ ਤੁਸੀਂ ਆਏ ਇਸ ਫੀਲਡ ਦੇ ਵਿੱਚ, ਇਸ ਇੰਡਸਟਰੀ ਦੇ ਵਿੱਚ, ਤਾਂ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਸੀਗਾ ਕਿਸੇ ਦੇ ਨਾਲ ਕੰਟਰਾਡਿਕਸ਼ਨ, ਕੋਈ ਵਿਰੋਧ, ਕੋਈ ਆਪਸ ਦੇ ਵਿੱਚ ਕੰਪੀਟੀਸ਼ਨ, ਕੀ ਹੁੰਦਾ ਸੀਗਾ ਉਦੋਂ? ਰਾਣਾ ਜੀ, ਗੱਲ ਇਹ ਹੈ, ਜਿੱਦ ਤੱਕ ਮੇਰਾ ਤਾਲੁਕ ਹੈ ਨਾ, ਮੈਂ ਆਪਣੇ ਕੰਮ ਤੋਂ ਇਲਾਵਾ ਮੈਂ ਕਿਸੇ ਹੋਰ ਪਾਸੇ ਕਦੇ ਸੋਚਿਆ ਨਹੀਂ ਹੈਗਾ। ਮੈਨੂੰ ਮੇਰੇ ਗੁਰੂ ਜੀ ਨੇ ਦੱਸਿਆ ਹੋਇਆ, ਬੱਚੇ ਤੁਸੀਂ ਜਿਹੜਾ ਨਿਸ਼ਾਨਾ ਮਿਥਿਆ ਹੋਇਆ ਜਾਂ ਜਿੱਧਰ ਨੂੰ ਤੁਸੀਂ ਜਾ ਰਹੇ ਹੋ, ਜੇ ਖੱਬੇ ਸੱਜੇ ਦੇਖੋਗੇ ਕਿਤੇ ਵੀ ਠੋਕਰ ਲੱਗੂਗੀ, ਗਿਰੋਗੇ, ਸੱਟ ਖਾ ਲਓਗੇ। ਇਸ ਕਰਕੇ ਅੱਛੀ ਗੱਲ ਹੈ ਵੀ ਤੁਸੀਂ ਜੇ ਸਿੱਧੇ ਜਾ ਰਹੇ ਹੋ ਤਾਂ ਸਿੱਧੀ ਦੇਖੋ, ਤਾਂ ਕਿ ਤੁਹਾਨੂੰ ਕਿਸੇ ਟੋਏ ਟਿੱਬੇ ਦਾ, ਕਿਸੇ ਰੋੜੇ ਦਾ, ਕਿਸੇ ਇੱਟ ਦਾ ਪਤਾ ਲੱਗ ਜਾਵੇ। ਤਾਂ ਮੇਰੇ ਤਾਂ ਗੁਰੂ ਜੀ ਨੇ ਦੱਸਿਆ ਹੋਇਆ ਸੀਗਾ, ਮੈਂ ਕਦੇ ਖੱਬੇ ਸੱਜੇ ਦੇਖਿਆ ਨਹੀਂ ਹੈ। ਕਿਸੇ ਨੇ ਕੁਝ ਕਿਹਾ ਹੋਵੇ ਮੈਂ ਕਦੇ ਸੁਣਿਆ ਵੀ ਨਹੀਂ ਹੈ, ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ। ਨਹੀਂ, ਕੰਪੀਟੀਸ਼ਨ ਸੀਗਾ ਉਦੋਂ ਵੀ? ਤਾਂ ਨਹੀਂ, ਕੰਪੀਟੀਸ਼ਨ ਲੋਕਾਂ ਦਾ ਹੁੰਦਾ ਜੀ। ਗਾਉਣ ਵਾਲੇ ਦਾ ਕੀ ਕੰਪੀਟੀਸ਼ਨ ਹੈ? ਗਾਉਣ ਵਾਲੇ ਦਾ ਕਿਸ ਦਾ? ਦੇਖੋ, ਮਾਨਕ ਸਾਹਿਬ ਸੀਗੇ ਨਾ, ਉਹ ਕਲੀਆਂ ਦੇ ਬਾਦਸ਼ਾਹ ਸੀਗੇ, ਮੈਂ ਕਲੀ ਗਾਉਂਦਾ ਹੀ ਨਹੀਂ ਹੈਗਾ, ਤੇ ਮੇਰਾ ਉਹਨਾਂ ਨਾਲ ਕੀ ਕੰਪੀਟੀਸ਼ਨ? ਜਾਂ ਉਹਨਾਂ ਦਾ ਮੇਰੇ, ਮੈਂ ਤਾਂ ਗਾਣਾ ਗਾਉਣਾ, ਉਹਨਾਂ ਦਾ ਮੇਰੇ ਨਾਲ ਕੀ ਕੰਪੀਟੀਸ਼ਨ ਸੀ? ਤੁਸੀਂ ਨਹੀਂ ਸੀ ਕਹਿੰਦੇ ਵੀ ਅਸੀਂ ਆ ਫਲਾਣੇ ਸ਼ੋਅ 'ਚ ਸਾਡਾ ਇਕੱਠ ਵੱਧ ਹੋ ਗਿਆ, ਜਿਵੇਂ ਅੱਜ ਕਹਿੰਦੇ ਨੇ ਵੀ ਦਿੜਬਾ 'ਚ ਉਹ ਕਹਿੰਦਾ ਬੱਬੂ ਮਾਨ ਸਾਹਿਬ ਦੇ ਫੈਨ ਕਹਿੰਦੇ ਸਾਡਾ ਇਕੱਠ ਵੱਧ ਹੈ, ਮੂਸੇ ਵਾਲੇ ਦੇ ਕਹਿੰਦੇ ਸਾਡਾ ਇਕੱਠ ਵੱਧ ਹੋਇਆ? ਫਿਰ ਉਹਨਾਂ ਦੇ ਮੈਂ ਜਿਹੜੇ ਫੈਨ ਨੇ ਉਹ ਆਪਸ 'ਚ ਝਗੜਦੇ ਨੇ। ਮੂਸੇ ਵਾਲਾ ਸਾਹਿਬ ਆਪਣਾ ਕੰਮ ਕਰਦੇ ਹੋਣਗੇ, ਮਾਨ ਸਾਹਿਬ ਆਪਣਾ ਕਰਦੇ ਹੋਣਗੇ, ਇਹ ਝਗੜਾਲੂ ਨੇ ਝਗੜੀ ਜਾਣ। ਪਤਾ ਕੀ ਗੱਲ ਹੈ ਜੀ, ਲੋਕ ਵਿਹਲੇ ਨੇ। ਤਰਾਸਦੀ ਇਹ ਹੈ ਰਾਣਾ ਜੀ, ਨੌਜਵਾਨ ਵਿਹਲੇ ਹੋ ਗਏ ਨੇ, ਪੜ੍ਹ ਲਿਖ ਗਏ ਨੇ, ਕੰਮਕਾਰ ਕੋਈ ਹੈ ਨਹੀਂ, ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਨੇ। ਕਿਉਂਕਿ ਦੁਨੀਆ ਬਿਲਕੁਲ ਮੁੱਠੀ 'ਚ ਆ ਗਈ ਹੈ। ਜਿਹੜੀ ਗੱਲ ਹੁਣ ਇਸ ਵੇਲੇ ਅਮਰੀਕਾ 'ਚ ਹੋ ਰਹੀ ਹੈ ਨਾ, ਇੱਕ ਸਕਿੰਟ ਬਾਅਦ ਤੁਹਾਡੇ ਕੋਲ ਆ ਜਾਂਦੀ ਹੈ। ਇਸ ਕਰਕੇ ਲੋਕੀ ਸਾਰਾ ਦਿਨ ਇਹਦੇ ਤੇ ਬੈਠੇ ਰਹਿੰਦੇ ਨੇ। ਬਲਕਿ ਮੈਨੂੰ ਤਾਂ ਇੱਕ ਵਾਰੀ ਇੱਕ ਗੱਲ ਕਿਸੇ ਨੇ ਸੁਣਾਈ, ਤੇ ਕੋਈ ਨਿਆਣਾ ਸੀਗਾ, ਉਹ ਦੇਖੀ ਜਾਂਦਾ ਸੀ, ਪਤਾ ਨਹੀਂ ਟਿਕਟਾਕ ਕਹਿੰਦੇ ਨੇ, ਪਤਾ ਨਹੀਂ ਕੀ ਕਰਦਾ ਸੀ, ਉਹ ਦੇਖੀ ਜਾਵੇ, ਕਦੇ ਉਹ ਹੱਸ ਪੈਂਦਾ ਸੀਗਾ, ਕਦੇ ਉਹ ਗੰਭੀਰ ਹੋ ਜਾਂਦਾ ਸੀਗਾ। ਤੇ ਉਹਦੀ ਦਾਦੀ ਬੜੀ ਹੈਰਾਨ ਹੋ ਗਈ ਵੀ ਕਾਕੇ ਨੂੰ ਕੀ ਹੋ ਗਿਆ। ਜਦੋਂ ਕਾਕੇ ਦਾ ਬਾਪੂ ਅੰਦਰ ਵੜਿਆ, ਕਹਿੰਦੀ ਪੁੱਤ ਰਿਹਾ, ਇਹਨੂੰ ਹਸਪਤਾਲ ਲੈ ਜਾ। ਉਹ ਕਹਿੰਦਾ ਕੀ ਹੋ ਗਿਆ? ਕਹਿੰਦੀ ਸ਼ਾਇਦ ਇਹ ਕਮਲਾ ਹੋ ਗਿਆ, ਕਦੇ ਤਾਂ ਹੱਸੀ ਜਾਂਦਾ, ਕਦੇ ਰੋਈ ਜਾਂਦਾ। ਉਹ ਕਹਿੰਦਾ ਨਹੀਂ ਬੇਬੇ, ਇਹਦੇ ਵਿੱਚ ਜੋ ਕੁਛ ਆਉਂਦਾ ਨਾ ਉਹਨੂੰ ਦੇਖ ਕੇ ਕਦੇ ਹੱਸ ਪੈਂਦਾ। ਅੱਜ ਕੱਲ੍ਹ ਦੁਨੀਆ ਇਸ ਕੰਮ ਤੇ ਲੱਗੀ ਹੋਈ ਹੈ, ਹੁਣ ਕੀ ਕਹੀਏ, ਹੋਰ ਕੋਈ ਕੰਮ ਨਹੀਂ। ਅੱਛਾ, ਜਿਹੜਾ ਚੈਲੰਜ ਆ, ਹੁਣ ਚੈਲੰਜ ਹੋ ਰਹੇ ਨੇ ਨਾ ਇੱਕ ਦੂਜੇ ਨੂੰ, ਕਿ ਮੈਂ ਟੱਕਰ ਲੂੰ ਤੈਨੂੰ, ਤੂੰ ਮੈਨੂੰ ਟੱਕਰ ਲਾ, ਤੂੰ ਆ ਜਾ ਇੱਥੇ, ਮੈਂ ਇੱਥੇ ਆ ਜਾਊਂ, ਲੜਾਈ ਝਗੜੇ ਦੀਆਂ ਗੱਲਾਂ ਹੋਣ ਲੱਗ ਗਈਆਂ ਪੰਜਾਬ ਦੇ ਵਿੱਚ। ਬਹੁਤ ਬੜੇ ਮੇਲੇ ਲੱਗਦੇ ਨੇ ਸੰਗੀਤ ਦੇ ਜੀ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਮੇਲਾ ਹੈਗਾ ਹਰਬਲਬ ਦਾ, ਉਸ ਤੋਂ ਮਗਰੋਂ ਹੈਗਾ ਹੁਸ਼ਿਆਰਪੁਰ ਦਾ, ਨਵੇਂ ਸ਼ਹਿਰ ਦਾ। ਇੱਥੇ ਬਹੁਤ ਬੜੇ ਬੜੇ ਗਵਈਏ ਆਉਂਦੇ ਨੇ, ਹਿੰਦੁਸਤਾਨ ਭਰ ਚੋਂ, ਪਾਕਿਸਤਾਨ ਚੋਂ ਵੀ ਸੰਗੀਤਕਾਰ ਨੇ, ਵੱਡੇ ਸੰਗੀਤਕਾਰ ਜਿਹਨਾਂ ਨੂੰ ਕਿਹਾ ਜਾਂਦਾ। ਉਹਨਾਂ ਨੇ ਕਦੇ ਐਸਾ ਨਹੀਂ ਕਿਹਾ ਇੱਕ ਦੂਜੇ ਨੂੰ ਬਈ ਮੈਂ ਬਹੁਤ ਵਧੀਆ ਗਾਊਂਗਾ ਜਾਂ ਮੈਂ ਤੇਰੇ ਨਾਲੋਂ ਚੰਗਾ ਗਾਇਆ। ਜਿਹੜਾ ਗਾ ਕੇ ਆਉਂਦਾ ਨਾ, ਉਹਨੇ ਕਹਿੰਦੇ ਜਿਹੜਾ ਆਪਨੇ ਕਮਾਲ ਕਰ ਦਿੱਤਾ, ਵਾਹ ਵਾਹ, ਬਹੁਤ ਅੱਛੇ। ਉਹ ਕੋਸ਼ਿਸ਼ ਕਰਦਾ ਮੈਂ ਇਹਦੋਂ ਚੰਗਾ ਗਾਵਾਂ, ਕਹਿ ਕੇ ਨਹੀਂ ਸੁਣਾਉਂਦਾ ਹੈ ਜੀ। ਜੇ ਉਹ ਚੰਗਾ ਗਾਇਆ, ਲੋਕਾਂ ਨੇ ਆਪੇ ਉਹਨੂੰ ਵਾਹ ਕਰ ਦਿੱਤੀ ਹੈ। ਸਾਡਾ ਜਿਹੜਾ ਰਿਜ਼ਲਟ ਹੈ ਉਹ ਲੋਕ ਕੱਢਦੇ ਨੇ, ਅਸੀਂ ਆਪ ਨਹੀਂ ਕੱਢ ਸਕਦੇ। ਸਾਡੇ ਵਾਸਤੇ ਤਾਂ ਮਾਫੀ ਚਾਹੁੰਦਾ ਮੈਂ, ਦੋ ਹੱਥ ਨਹੀਂ ਹੁੰਦੇ ਨੇ ਨਾ, ਅਸੀਂ ਤਾਂ ਲੋਕਾਂ ਦੇ ਹੱਥ ਦੇਖੀ ਜਾਂਦੇ ਹਾਂ ਵੀ ਇਹ ਐਂ ਕਰਦੇ ਨੇ, ਐਂ ਕਰਦੇ। ਇਹ ਤੇ ਸਾਡੇ ਹੱਥ 'ਚ ਕੁਛ ਨਹੀਂ ਹੁੰਦਾ। ਸਾਡਾ ਸਿਰਫ ਇੱਕੋ ਹੀ ਕੰਮ ਹੈ ਵੀ ਅਸੀਂ ਲੋਕਾਂ ਦੇ ਮਨੋਰੰਜਨ ਵਾਸਤੇ ਜੋ ਕਰ ਰਹੇ ਹਾਂ ਨਾ, ਉਹ ਵਧੀਆ ਤੋਂ ਵਧੀਆ ਕਰਕੇ ਦਿਖਾਈਏ, ਤਾਂ ਕਿ ਲੋਕਾਂ ਨੂੰ ਆਨੰਦ ਮਾਣ। ਇਹ ਜ਼ਰੂਰੀ ਨਹੀਂ ਕਿ ਕਿਸੇ ਨੂੰ ਨੀਵਾਂ ਦਿਖਾ ਕੇ ਆਪ ਵੱਡਾ ਹੋਇਆ ਜਾ ਸਕਦਾ। ਜਦੋਂ ਤੁਸੀਂ ਕਿਸੇ ਨੂੰ ਨੀਵਾਂ ਦਿਖਾ ਰਹੇ ਹੋ, ਇਹਦਾ ਮਤਲਬ ਹੈ ਤੁਹਾਡਾ ਨੀਵਾਂ ਦਿਖਾਉਣ ਦੇ ਵੱਲ ਧਿਆਨ ਹੈ, ਆਪਣੇ ਕੰਮ ਵੱਲ ਧਿਆਨ ਹੀ ਨਹੀਂ ਹੈ। ਉਹ ਕੰਮ ਤੁਸੀਂ ਚੰਗੀ ਤਰ੍ਹਾਂ ਕਿਵੇਂ ਕਰਦੇ ਹੋ, ਚੰਗੀ ਤਰ੍ਹਾਂ ਕਿਵੇਂ ਕਰ ਸਕੋ, ਤੁਸੀਂ ਆਪ ਹੀ ਸਮਝਾਓ ਹੈ ਜੀ। ਤੁਹਾਡਾ ਧਿਆਨ ਤਾਂ ਹੈਗਾ ਦੂਜੇ ਨੂੰ ਨੀਵਾਂ ਦਿਖਾਉਣਾ। ਜੋ ਤੁਸੀਂ ਕਰ ਰਹੇ ਹੋ, ਉਹਨੂੰ ਲੋਕਾਂ ਨੂੰ ਆਪਣੇ ਵੱਲ ਧਿਆਨ ਖਿੱਚਣ ਵਾਸਤੇ
ਤੁਹਾਡਾ ਧਿਆਨ ਕਿਤੇ ਹੋਰ ਹੈ, ਤੁਸੀਂ ਦੂਏ ਦਾ ਧਿਆਨ ਆਪਣੇ। ਅੱਛਾ ਸਦੀਕ ਸਾਹਿਬ, ਇੱਕ ਪਿੱਛੇ ਜੇ ਹੋਇਆ ਕਿ ਸ਼ਾਇਦ ਤੁਸੀਂ ਸੁਣਿਆ ਵੀ ਹੋਵੇ, ਐਲੀ ਮੰਗਟ ਹੋਰੀ ਤੇ ਰੰਮੀ ਰੰਧਾਵਾ ਬ੍ਰਦਰਜ਼ ਜਿਹੜੇ ਆਪਸ ਦੇ ਵਿੱਚ, ਉਹਨਾਂ ਦਾ ਵੀ ਇਸੇ ਤਰ੍ਹਾਂ ਹੋਇਆ ਕਿ ਫੇਸਬੁੱਕ ਤੇ ਟਾਈਮ ਪਾ ਲਿਆ, ਉਹ ਕੈਨੇਡਾ ਤੋਂ ਆ ਗਿਆ, ਐਲੀ ਮੰਗਟ ਮੁੰਡਾ ਗਾਇਕ ਹੈ, ਆਪਸ 'ਚ ਲੜ ਪਏ, ਪੁਲਿਸ ਨੇ ਪਰਚਾ ਕਰਤਾ, ਜੇਲ੍ਹ ਜਾਣਾ ਪੈ ਗਿਆ। ਤੇ ਇਹ ਗਵਈਆਂ ਦਾ ਆਪਸ ਦੇ ਵਿੱਚ ਕਾਹਦਾ ਰੌਲਾ? ਨਹੀਂ ਜੀ, ਇਹ ਗਵਈਆਂ ਦਾ ਰੌਲਾ ਨਹੀਂ ਹੈ, ਉਮਰ ਦਾ ਰੌਲਾ ਹੈ। ਇਹ ਜਦੋਂ ਜਰਾ ਸਿਆਣੇ ਹੋ ਗਏ ਨਾ, ਤੁਸੀਂ ਦੇਖੋਗੇ ਆਪੇ ਇੱਕ ਦੂਜੇ ਨੇ ਕਹਿੰਦੇ ਯਾਰ ਉਦੋਂ ਆਪਾਂ ਨੂੰ ਕੀ ਹੋ ਗਿਆ ਸੀਗਾ। ਕਿਉਂ? ਇਹ ਉਮਰ ਦਾ ਰੌਲਾ ਹੈ। ਨੌਜਵਾਨ ਹੈਗੇ ਨੇ, ਹਾਂਜੀ, ਜਿਹੜਾ ਖੂਨ ਹੈ ਉਹ ਵਾਲੇ ਖਾਂਦਾ, ਨਹੀਂ ਬਰਦਾਸ਼ਤ ਕਰਦੇ ਇੱਕ ਦੂਜੇ ਦੀ ਗੱਲ। ਦੂਜੀ ਗੱਲ ਇਹ ਹੈ, ਜਿਹੜੇ ਚੁਗਲਖੋਰ ਹੁੰਦੇ ਨੇ ਉਹ ਜ਼ਿਆਦਾ ਗੱਲਾਂ ਕਰਦੇ ਨੇ, ਫਲਾਣੇ ਨੇ ਤੁਹਾਨੂੰ ਆਹ ਕਹਿਤਾ, ਢਿੰਗੜੇ ਨੇ ਤੁਹਾਨੂੰ ਆਹ ਕਹਿਤਾ। ਹੁਣ ਦੀ ਸਿੱਧੀ ਜਿਹੀ ਗੱਲ ਹੈ, ਨਾ ਤਾਂ ਮੂਸੇਵਾਲੇ ਦਾ ਇਕੱਠ ਦੇਖਣ ਵਾਸਤੇ ਬੱਬੂ ਮਾਨ ਉੱਥੇ ਗਏ ਨੇ ਜੀ, ਨਾ ਬੱਬੂ ਮਾਨ ਦਾ ਇਕੱਠ ਦੇਖਣ ਵਾਸਤੇ ਮੂਸੇਵਾਲਾ ਗਿਆ। ਲੋਕਾਂ ਨੇ ਇਹ ਗੱਲ ਕੀਤੀ ਹੈ ਨਾ, ਬਿਲਕੁਲ ਝਗੜਾ ਤਾਂ ਸ਼ੁਰੂ ਹੋਇਆ ਨਾ। ਵੀ ਮੇਰਾ ਮਤਲਬ ਹੈ ਇਹ ਜਿਹੜੇ ਨਾਲ ਚਮਚੇ ਰੱਖੇ ਹੁੰਦੇ ਨੇ ਨਾ, ਉਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ। ਮੈਨੂੰ ਲੱਗਦਾ ਵੀ ਸਿਆਣੇ ਬਣਨਾ ਚਾਹੀਦਾ ਸ਼ਾਇਦ। ਬਿਲਕੁਲ ਹਾਂਜੀ, ਇਹਨਾਂ ਨੂੰ ਚਮਚਿਆਂ ਨੂੰ ਨਾ, ਇਹਨਾਂ ਨੂੰ ਉਹਨਾਂ ਦੇ ਕੰਮ ਤੱਕ ਰੱਖੋ। ਜਦੋਂ ਕੋਈ ਤੁਹਾਡੇ ਕੋਲ ਗੱਲ ਕਰਦੇ ਜੀ ਫਲਾਣਾ ਬੰਦਾ ਹੈ, ਯਾਰ ਗੱਲ ਸੁਣ, ਤੈਨੂੰ ਮੈਂ ਇਸ ਕੰਮ ਵਾਸਤੇ ਰੱਖਿਆ, ਤੂੰ ਆਪਣਾ ਉਹ ਕੰਮ। ਅੱਛਾ ਸਦੀਕ ਸਾਹਿਬ, ਇਹ ਦੱਸੋ ਕਿ ਤੁਹਾਡੇ ਵੇਲੇ ਵੀ ਸੀਗਾ ਵੀ ਗੀਤ ਰਾਹੀਂ ਕਿਸੇ ਨੂੰ ਜਵਾਬ ਦੇ ਦਿੱਤਾ, ਆ ਰਿਪਲਾਈ ਕਰਤੀ, ਹੁਣ ਤਾਂ ਚਲੋ ਫੇਸਬੁੱਕ ਆ ਗਿਆ, ਕਦੇ ਗੀਤ ਕਿਸੇ ਤੋਂ ਲਿਖਾਰੀ ਤੋਂ ਲਿਖਾਇਆ ਵੀ ਯਾਰ ਆਪਾਂ ਗੀਤ ਰਾਹੀਂ ਜਵਾਬ ਦੇਣਾ ਕਿਸੇ ਨੂੰ ਵੀ ਇਦਾਂ ਕਰ? ਨਹੀਂ, ਬਿਲਕੁਲ ਨਹੀਂ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਦੱਸਦਾ। ਇੱਕ ਸੱਜਣ ਨੇ ਬਾਬੂ ਸਿੰਘ ਮਾਨ ਵਾਸਤੇ ਖੁੱਲ੍ਹਾ ਖੱਤ ਲਿਖ ਦਿੱਤਾ ਜੀ, ਕਿਉਂਕਿ ਮੈਂ ਬਾਬੂ ਸਿੰਘ ਮਾਨ ਦੇ ਗੀਤ ਜ਼ਿਆਦਾ ਗਾਏ ਨੇ, ਤੇ ਮੈਂ ਨਹੀਂ ਸੀ ਚਾਹੁੰਦਾ ਵੀ ਬਾਬੂ ਸਿੰਘ ਮਾਨ ਬਾਰੇ ਕੋਈ ਬੁਰਾ ਕਹੇ। ਉਸ ਬੰਦੇ ਨੇ ਖੁੱਲ੍ਹਾ ਖੱਤ ਲਿਖ ਦਿੱਤਾ ਅਖਬਾਰ 'ਚ, ਬਈ ਯਾਰ ਇਹ ਬੰਦਾ ਜੋ ਕੁਝ ਲਿਖਦਾ ਨਾ, ਇਹ ਐ ਨਹੀਂ ਹੈ, ਇਹ ਉਹ ਨਹੀਂ, ਉਹ ਨਹੀਂ ਹੈ। ਮੈਨੂੰ ਗੁੱਸਾ ਆ ਗਿਆ ਤੇ ਮੈਂ ਬਾਬੂ ਸਿੰਘ ਮਾਨ ਨੂੰ ਕਿਹਾ, ਮੈਂ ਇਹਦਾ ਜਵਾਬ ਦੇਵੋ। ਮਾਨ ਸਾਹਿਬ ਕਹਿੰਦੇ ਕਿਉਂ? ਮੈਂ ਕਿਹਾ ਉਹਨੇ ਲਿਖ ਦਿੱਤਾ। ਕਹਿੰਦਾ ਹੁਣ ਤਾਂ ਪਤਾ ਨਹੀਂ ਕੋਈ ਜਾਣਦਾ ਕਿ ਨਹੀਂ ਜਾਣਦਾ, ਜਦੋਂ ਮੈਂ ਇਹਦਾ ਜਵਾਬ ਦੇਵਾਂਗਾ ਲੋਕੀ ਪੁੱਛਣਗੇ ਮੇਰੇ ਉਹ ਕੌਣ ਆ ਜਿਹਦਾ ਬਾਬੂ ਸਿੰਘ ਮਾਨ ਜਵਾਬ ਦੇ। ਇਸ ਕਰਕੇ ਮੈਂ ਸਮਝਦਾ ਜੇ ਕੋਈ ਜ਼ਿਆਦਤੀ ਕਰਦਾ ਨਾ, ਤੁਸੀਂ ਚੁੱਪ ਕਰ ਜਾਓ, ਗੱਲ ਉੱਥੇ ਠੱਪੀ ਜਾਊਗੀ। ਜਦੋਂ ਜਵਾਬ ਦਿੰਦੇ ਹੋ ਨਾ, ਉਹ ਕੰਟਰੋਵਰਸੀ 'ਚ ਪੈ ਕੇ ਹੈ ਜੀ, ਉਹ ਫਿਰ ਬਹਿਸ ਦਾ ਵਿਸ਼ਾ ਬਣ ਜਾਂਦਾ, ਔਰ ਇੱਕ ਦੂਜੇ ਨਾਲ ਬਹਿਸ, ਫਿਰ ਚਾਰ ਬੰਦੇ ਉੱਧਰ ਇਕੱਠੇ ਹੋ ਜਾਂਦੇ ਨੇ, ਚਾਰ ਉੱਧਰ ਇਕੱਠੇ ਹੋ ਜਾਂਦੇ ਨੇ। ਇਹਦਾ ਵਿੱਚ ਫਾਇਦਾ ਕਿ ਨੁਕਸਾਨ ਹੈ? ਫਿਰ ਨੁਕਸਾਨ ਹੈ, ਕੋਈ ਫਾਇਦਾ ਨਹੀਂ ਹੈ, ਨੁਕਸਾਨ ਹੈ। ਤੁਸੀਂ ਆਪਣਾ ਕੰਮ ਛੱਡ ਕੇ ਕਿਸੇ ਹੋਰ ਕੰਮ ਲੱਗ ਜਾਂਦੇ ਹੋ। ਉਹ ਕਹਿੰਦੇ ਪਬਲਿਸਿਟੀ ਮਿਲਦੀ ਹੈ ਇਹਦੇ ਨਾਲ, ਸਟੰਟ ਹੁੰਦਾ ਪਬਲਿਸਿਟੀ, ਜਦੋਂ ਵਿਰੋਧ ਹੁੰਦਾ, ਨੈਗੇਟਿਵ ਪਬਲਿਸਿਟੀ ਹੁੰਦੀ ਹੈ, ਚਰਚਾ ਚਾਹੁੰਦੇ ਹੋ ਤੁਸੀਂ। ਫਿਰ ਜੇ ਮੈਂ ਇਹ ਕਹਾਂ ਵੀ ਮੀਡੀਆ ਵਾਲਿਆਂ ਨੂੰ ਹੋਰ ਕੋਈ ਕੰਮ ਨਹੀਂ, ਆਹੀ ਰਹਿ ਗਿਆ, ਫਿਰ ਠੀਕ ਨਹੀਂ ਹੈ। ਕਿਉਂ ਇਹ ਨਹੀਂ ਖਬਰਾਂ ਦਿੰਦੇ ਨੇ? ਕੀ ਲੋੜ ਕੀ ਪਈ ਹੈ ਇਸ ਗੱਲ ਤੇ? ਪਰ ਲੋਕ ਸੁਣਦੇ ਨੇ। ਨਹੀਂ, ਇੱਕ ਮਿੰਟ ਮੇਰੀ ਗੱਲ, ਉਹ ਤਾਂ ਹੀ ਹੈ ਨਾ ਅਖਬਾਰ ਵਿਕਦਾ, ਚੈਨਲ ਚੱਲਦਾ, ਇਸੇ ਕਰਕੇ ਹੈ ਨਾ। ਅਦਰਵਾਈਜ਼ ਮੈਂ ਸਮਝਦਾ ਮੀਡੀਆ ਵਾਲਿਆਂ ਨੂੰ ਖਬਰ ਦੇਣੀ ਚਾਹੀਦੀ ਹੈ। ਅੱਜ ਮਹਿੰਗਾਈ ਜ਼ਿਆਦਾ ਹੋ ਗਈ ਹੈ, ਮੀਡੀਆ ਵਾਲਿਆਂ ਨੂੰ ਖਬਰ ਦੇਣੀ ਚਾਹੀਦੀ ਹੈ ਜੀ। ਇੱਥੇ ਗਲਤ ਕੰਮ ਹੋ ਰਿਹਾ, ਇੱਥੇ ਸੱਭਿਆਚਾਰ ਨੂੰ ਖੋਰਾ ਲੱਗ ਰਿਹਾ, ਇਹ ਹੁਣ ਇਹੀਆਂ ਜਿਹੀਆਂ ਖਬਰਾਂ ਦੇਣੀਆਂ ਨੇ। ਕਿਉਂ ਦੇਣੀਆਂ ਨੇ? ਇਸ ਕਰਕੇ ਕਿਉਂਕਿ ਅਖਬਾਰ 'ਚ ਸਪੇਸ ਹੁੰਦੀ ਹੈ, ਉਹ ਦੇ ਦਿੰਦੇ ਨੇ, ਅਤੇ ਲੋਕ ਉਸ ਨੂੰ ਚਟਕਾਰੇ ਲੈ ਲੈ ਪੜ੍ਹਦੇ ਨੇ, ਸਵਾਦ ਲੈਂਦੇ ਨੇ, ਲੋਕ ਸਵਾਦ ਲੈਂਦੇ ਨੇ, ਹੈ ਜੀ। ਹੁਣ ਤੁਸੀਂ ਦੱਸੋ, ਮੇਰੀ ਔਰ ਤੁਹਾਡੀ ਲੜਾਈ 'ਚ ਜਿਹੜਾ ਬੰਦਾ ਸਵਾਦ ਲੈ ਰਿਹਾ, ਸਵਾਦ ਤਾਂ ਉਹਨੂੰ ਆ ਰਿਹਾ, ਮੈਨੂੰ ਤੁਹਾਨੂੰ ਕੀ ਮਿਲ ਰਿਹਾ? ਸਾਡੀ ਤਾਂ ਲੜਾਈ ਹੋ ਰਹੀ ਹੈ। ਹਾਂ, ਸਾਡੀ ਤਾਂ ਲੜਾਈ ਹੋਈ। ਇਸ ਕਰਕੇ ਨਹੀਂ ਚਾਹੀਦਾ, ਝਗੜਾ ਨਹੀਂ ਚਾਹੀਦਾ। ਪਰ ਅਮਰ ਸਿੰਘ ਚਮਕੀਲਾ ਹੋਰਾਂ ਦਾ ਮਰਡਰ ਹੋਇਆ, ਕਤਲ ਹੋਇਆ, ਤਾਂ ਬਹੁਤ ਸਾਰੇ ਉਸ ਵੇਲੇ ਵੀ ਸਵਾਲ ਉੱਠੇ ਕਿ ਸ਼ਾਇਦ ਜਿਹੜੇ ਸਮਕਾਲੀ ਗਾਇਕ ਸੀਗੇ ਉਹਨਾਂ ਤੋਂ ਉਹਨਾਂ ਦੀ ਪ੍ਰਸਿੱਧੀ ਝੱਲ ਨਹੀਂ ਹੋਈ ਹੈਗੀ। ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ, ਜਦੋਂ ਚਮਕੀਲਾ ਜੀ ਦੀ ਹੱਤਿਆ ਹੋਈ ਹੈ ਨਾ, ਉਦੋਂ ਘੱਟ ਤੇ ਘੱਟ 5-6 ਮਹੀਨੇ ਗਾਉਣ ਵਾਲਿਆਂ ਦੇ ਕੁੰਡੇ ਮੁੱਦੇ ਪਏ ਨੇ, ਕੰਮ ਇੰਨਾ ਬੰਦ ਹੋ ਗਿਆ ਸੀ। ਇਹ ਬੰਦਾ ਜਿਹਦਾ ਇਹ ਕਾਰੋਬਾਰ ਹੈ, ਉਹ ਆਪਣੇ ਕਾਰੋਬਾਰ ਛੱਡ ਕੇ, ਉਹਨੂੰ ਨਹੀਂ ਪਤਾ ਹੈਗਾ ਵੀ ਜੇ ਕੋਈ ਕਲਾਕਾਰ ਮਰ ਗਿਆ ਔਰ ਮੈਂ ਮਰਵਾਤਾ ਹੈ ਜੀ, ਤੇ ਲੋਕੀ ਪ੍ਰੋਗਰਾਮ ਕਰਾਉਣੇ ਬੰਦ ਕਰ ਦੇਣਗੇ। ਅਸਰ ਤਾਂ ਪੈਂਦਾ ਹੀ ਹੈ ਨਾ, ਹੈ ਜੀ। ਇਹ ਐਸੀ ਗੱਲ ਨਹੀਂ ਹੈ। ਉਦੋਂ ਹਾਲਾਤ ਇਹੋ ਜਿਹੇ ਸੀ, ਜਿਨ੍ਹਾਂ ਲੋਕਾਂ ਦਾ ਇੱਕ ਕੰਮ ਸੀਗਾ, ਉਹਨਾਂ ਨੇ ਕੋਈ ਪ੍ਰੋਫੈਸਰ ਨਹੀਂ ਦੇਖਿਆ, ਉਹਨਾਂ ਨੂੰ ਕੋਈ ਸਿੰਗਰ ਨਹੀਂ ਦੇਖਿਆ, ਉਹਨਾਂ ਨੂੰ ਕੋਈ ਟੀਚਰ ਨਹੀਂ ਦੇਖਿਆ, ਉਹਨਾਂ ਨੂੰ ਕੋਈ ਵਿਦਵਾਨ, ਗੁਣਵਾਨ, ਗਿਆਨੀ, ਉਹਨਾਂ ਨੇ ਕੁਛ ਨਹੀਂ ਦੇਖਿਆ। ਉਹਨਾਂ ਦਾ ਕੰਮ ਸੀ ਦਹਿਸ਼ਤ ਫੈਲਾਉਣਾ ਔਰ ਦਹਿਸ਼ਤ ਫੈਲਾਉਣਾ। ਗੱਲਾਂ ਉੱਠੀਆਂ ਸੀ ਉਦੋਂ ਇਸ ਤਰ੍ਹਾਂ ਦੀਆਂ ਵੀ ਸ਼ਾਇਦ ਕਿਸੇ ਨੇ ਮਰਵਾਤਾ ਹੋਵੇ। ਦੇਖੋ, ਗੱਲ ਤਾਂ ਉੱਠਦੀ ਹੁੰਦੀ ਹੈ। ਗੱਲ ਕਿਉਂ? ਕੋਈ ਵੀ ਬੰਦਾ ਜ਼ਰਾ, ਅਸੀਂ ਨਿਆਣੇ ਹੁੰਦੇ ਸੁਣਦੇ ਸੀਗੇ, ਕਹਿੰਦੇ ਇੱਥੇ ਝਗੜਾ ਲੁਧਿਆਣੇ 'ਚ ਇਸ ਕਰਕੇ ਵੱਧ ਗਿਆ ਸੀਗਾ, ਕਿਸੇ ਦੀ ਅਠਿਆਨੀ ਖੋਟੀ ਚੱਲ ਗਈ ਸੀ। ਅਠਿਆਨੀ ਤੁਸੀਂ ਜਾਣਦੇ ਹੋ ਕੀ ਹੁੰਦੀ ਹੈ? 50 ਪੈਸੇ। 50 ਪੈਸੇ। ਅੱਗੇ ਆਨਾ, ਦੁਆਨੀ, ਚੁਆਨੀ, ਅਠਿਆਨੀ, ਹੈ ਜੀ। ਉਹ ਚੱਲ ਗਈ ਨਾ, ਉਹ ਦੁਕਾਨ 'ਤੇ ਤਾਂ ਚਲਾਇਆ ਆ, ਹੈ ਜੀ। ਅਤੇ ਉਹਨੇ ਬਾਜ਼ਾਰ ਜਾ ਕੇ ਕਹਿ ਦਿੱਤਾ ਚੱਲ ਗਈ ਯਾਰ, ਉਹ ਚੱਲ ਗਈ। ਲੋਕਾਂ ਨੇ ਸਮਝ ਕੇ ਵੀ ਕਿਤੇ ਗੋਲੀ ਚੱਲ ਗਈ ਅਤੇ ਭਾਜੜ ਪੈ ਗਈ। ਇਸ ਕਰਕੇ ਜਿਹੜੀ ਅਫਵਾਹ ਹੈ, ਇਹ ਬੰਦੂਕ ਨਾਲੋਂ ਵੀ ਭੈੜੀ ਹੈ, ਤੋਪ ਨਾਲੋਂ ਵੀ ਭੈੜੀ ਹੈ। ਲੋਕੀ ਅਫਵਾਹ ਉਡਾਉਂਦੇ ਨੇ, ਅਫਵਾਹ ਦੇ ਮਗਰ ਨਹੀਂ ਜਾਣਾ ਚਾਹੀਦਾ।
ਅਫਵਾਹ ਦੇ ਮਗਰ ਜਾ ਕੇ ਤੁਹਾਡਾ ਨੁਕਸਾਨ ਹੋਊਗਾ, ਲੋਕਾਂ ਦਾ ਨੁਕਸਾਨ ਹੋਊਗਾ। ਅਫਵਾਹ ਵਾਲੇ ਨੇ ਤਾਂ ਅਫਵਾਹ ਉਡਾ ਦਿੱਤੀ ਹੈ। ਉਹ ਲੋਕਾਂ ਨੂੰ ਇਹੀ ਕੰਮ ਹੈ, ਹੋਰ ਕੋਈ ਕੰਮ ਨਹੀਂ ਹੈ। ਉਹ ਇਹ ਦੇਖਦੇ ਰਹਿੰਦੇ ਨੇ ਯਾਰ ਅਸੀਂ ਗੱਲ ਕਰੀਏ, ਹਾਂਜੀ, ਫਿਰ ਲੋਕਾਂ ਨੂੰ ਦੇਖ ਕੇ ਨਾ ਵੀ ਉੱਧਰ ਪਾਸੇ ਸਵਾਦ ਲਵਾਂਗੇ। ਕੁਛ ਅੱਛਾ, ਮਤਲਬ ਤੁਸੀਂ ਕਹਿੰਦੇ ਵੀ ਸਾਡਾ ਤਾਂ ਕੋਈ ਉਸ ਵੇਲੇ ਆਪਸ ਦੇ ਵਿੱਚ ਗਾਇਕਾਂ ਦਾ ਕੋਈ ਮੁਕਾਬਲਾ ਹੈ ਨਹੀਂ ਸੀਗਾ ਵੀ ਮੇਰੇ ਗਾਣੇ ਵੱਧ ਆ ਜਾਣ ਜਾਂ ਮੈਂ ਵੱਧ ਗਾਣੇ ਗਾਉਂਦਾ ਏ ਜਾਂ ਮੇਰੇ ਖਾੜੇ ਵੱਧ ਲੱਗ ਜਾਣ। ਨਾ, ਇਹ ਕੰਪਨੀ ਦੇ ਸਿਰ ਤੇ ਹੁੰਦਾ ਸੀਗਾ ਜੀ। ਕੰਪਨੀ ਕਿਹਦੇ ਕਿੰਨੇ ਗੀਤ ਰਿਕਾਰਡ ਕਰਦੀ ਹੈ ਇਹ ਉਹਨਾਂ ਤੇ ਹੁੰਦਾ ਸੀਗਾ, ਹੈ ਜੀ। ਕੋਈ ਬੰਦਾ ਜਾ ਕੇ ਇਹ ਨਹੀਂ ਸੀ ਕਹਿ ਸਕਦਾ ਵੀ ਮੈਂ ਤਾਂ 4 ਹੀ ਗੀਤ ਕਰਾਉਣੇ ਨੇ, ਕੋਈ ਇਹ ਨਹੀਂ ਸੀ ਕਹਿ ਸਕਦਾ ਮੈਂ ਤਾਂ 8 ਗੀਤ ਕਰਾਉਣੇ ਨੇ। ਕੰਪਨੀ ਦੇਖਦੀ ਸੀ ਜਿੱਥੇ ਉਹਨਾਂ ਦੀ ਸੇਲ ਵੱਧ ਹੁੰਦੀ ਸੀ ਉਹਦੇ ਵੱਧ ਕਰ ਲੈਂਦੇ ਸੀਗੇ। ਉਹ ਤਾਂ ਕੰਪਨੀ ਅੰਗਰੇਜ਼ਾਂ ਦੀ ਕੰਪਨੀ ਸੀਗੀ ਉਹ। ਅੱਛਾ, ਜਿਹੜੀ ਸ਼ੋਹਰਤ ਸਦੀਕ ਸਾਹਿਬ ਤੁਹਾਨੂੰ ਮਿਲੀ, ਤੁਹਾਡੇ ਸਮਕਾਲੀਆਂ ਨੂੰ ਮਿਲੀ, ਜਾਂ ਤੁਸੀਂ ਤਾਂ ਦਹਾਕਿਆਂ ਬੱਧੀ ਗਾਤਾ ਹੁਣ, ਚਾਹੇ ਮਾਨਕ ਸਾਹਿਬ ਹੋਣ, ਚਾਹੇ ਤੁਸੀਂ ਹੋਵੋ, ਚਾਹੇ ਹੋਰ ਚਰਚਿਤ ਜਿਹੜੇ ਗੀਤ ਨੇ, ਤੇ ਅੱਜ ਕੱਲ੍ਹ ਦੀ ਇੰਡਸਟਰੀ ਤਾਂ ਕੋਈ 2 ਸਾਲ ਟਿਕਦਾ, ਕੋਈ 3 ਸਾਲ ਟਿਕਦਾ, ਕੋਈ 4 ਸਾਲ ਟਿਕਦਾ, ਬਦਲ ਜਾਂਦਾ ਦੌਰ। ਮੇਰਾ ਖਿਆਲ ਹੈ ਆਪਾਂ ਹੁਣੀ ਗੱਲ ਕਰਕੇ ਹਟੇ ਆ, ਜਿਹੜਾ ਫੁੱਲਝੜੀ ਵਾਂਗੂ ਐ ਜਾਊਗਾ ਨਾ ਉਹ ਐਂ ਆ ਜਾਊਗਾ। ਇਹ ਸਿੱਧੀ ਜੀ ਗੱਲ ਹੈ ਰਾਣਾ ਜੀ। ਜਿਹੜੇ ਲੋਕ ਬੜੇ ਆਰਾਮ ਨਾਲ ਆਪਣੇ ਕੰਮ ਨੂੰ ਕਰਦੇ ਜਾ ਰਹੇ ਨੇ, ਰਸਤਾ ਬਣਾਉਂਦੇ ਜਾ ਰਹੇ ਨੇ, ਮੰਜ਼ਿਲ ਤੇ ਵੀ ਪਹੁੰਚ ਜਾਂਦੇ ਨੇ। ਦੇਰ ਜ਼ਰੂਰ ਲੱਗਦੀ ਹੈ ਲੇਕਿਨ ਪਹੁੰਚ ਜਾਂਦੇ ਨੇ, ਟਿਕੇ ਰਹਿੰਦੇ ਨੇ। ਜਿਹੜੇ ਲੋਕ ਇੱਕ ਤਰ੍ਹਾਂ ਨੂੰ ਸਾਹ ਚੜ੍ਹ ਜਾਂਦਾ, ਠੀਕ ਹੈ ਜੀ, ਇੱਕੋ ਆਲੇ ਦੁਆਲੇ ਬਹੁਤ ਕੁਝ ਛੱਡ ਗਏ ਨੇ, ਭੱਜ ਗਏ ਨੇ ਨਾ, ਉਹ ਆਲੇ ਦੁਆਲੇ ਛੱਡ ਗਏ ਨੇ, ਤੇ ਜਿੱਥੇ ਉਹ ਪਹੁੰਚੇ ਨੇ ਉਹਨਾਂ ਨੇ 1-2-4 ਵਾਰੀ ਸੁਣ ਲਿਆ, ਉਹ ਵੀ ਛੱਡ ਦਿੰਦੇ ਨੇ। ਗੱਲ ਤਾਂ ਇਹ ਤੁਸੀਂ ਕਿੱਥੋਂ ਜਾ ਰਹੇ ਹੋ, ਹੈ ਜੀ, ਤੁਸੀਂ ਕਿਹਨੂੰ ਸੈਟੀਸਫਾਈਡ ਕਰ ਰਹੇ ਹੋ। ਉਹ ਹੌਲੀ ਹੌਲੀ ਉੱਥੇ ਤੱਕ ਵੀ ਪਹੁੰਚ ਜਾਓਗੇ। ਤੁਹਾਡੀ ਉਹ ਜਿਹੜੀ ਜਨਤਾ, ਉਹ ਤੁਹਾਡੀ ਆਡੀਅנס ਹੈ, ਉਹ ਵੀ ਬਣੀ ਰਹਿੰਦੀ ਹੈ। ਚਲੋ ਲਾਸਟ ਦੇ ਵਿੱਚ ਇੱਕ ਵਾਰ ਫੇਰ ਸਵਾਲ ਇਹੀ ਹੈ ਵੀ ਜਿਹੜਾ ਆ ਕਲਾਕਾਰ ਆਪਸ ਦੇ ਵਿੱਚ ਟਾਈਮ ਪਾਉਣ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਬੇਨਤੀ ਕਰਦਾ ਜੀ ਵੀ ਤੁਸੀਂ ਕਲਾਕਾਰ ਹੋ, ਤੁਸੀਂ ਲੋਕਾਂ ਦੇ ਚਹੇਤੇ ਹੋ, ਤੁਹਾਨੂੰ ਲੋਕ ਬਹੁਤ ਪਿਆਰ ਕਰਦੇ ਨੇ ਜੀ। ਆਪਣਾ ਕੰਮ ਛੱਡ ਕੇ ਉਹ ਤੁਹਾਨੂੰ ਸੁਣਾਉਂਦੇ ਨੇ। ਕਈ ਵਾਰੀ ਟਿਕਟਾਂ ਲੱਗੀਆਂ ਹੁੰਦੀਆਂ ਨੇ, ਟਿਕਟ ਖਰਚ ਕੇ ਤੁਹਾਨੂੰ ਸੁਣਾਉਂਦੇ ਨੇ। ਮੈਂ ਸਮਝਦਾ ਤੁਹਾਡੇ ਮੂੰਹੋਂ ਉਹ ਗੱਲ ਨਿਕਲਣੀ ਚਾਹੀਦੀ ਹੈ ਜਿਹਨੂੰ ਲੋਕੀ ਯਾਦ ਰੱਖਣ ਅਤੇ ਸਰਾਹਣ ਵੀ ਵਾਹ ਵੀ ਵਾਹ, ਕਮਾਲ ਹੈ, ਫਲਾਣੇ ਨੇ ਆਹ ਗੱਲ ਕੀਤੀ, ਬਹੁਤ ਅੱਛੀ ਸੀ, ਫਲਾਣੇ ਨੇ ਆਹ ਗਾਇਆ, ਬਹੁਤ ਅੱਛਾ ਸੀਗਾ। ਆਹ ਜਿਹੜੀਆਂ ਗੱਲਾਂ ਨੇ ਨਾ ਚਟਕਾਰੇ ਲੈਣ ਵਾਲੀਆਂ, ਇਹ ਤਾਂ ਉਹਨਾਂ ਗੱਭਰੂਆਂ ਦੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਗੀਤ ਵਿੱਚ ਕੋਈ ਸਵਾਦ ਨਹੀਂ ਹੈ, ਆਰਟਿਸਟ ਤੱਕ ਵੀ ਕੋਈ ਮਤਲਬ ਨਹੀਂ ਹੈ। ਉਹਨਾਂ ਨੂੰ ਸਿਰਫ ਇਹਨਾਂ ਗੱਲਾਂ ਤੇ ਹੀ, ਚਟਕਾਰੇ ਵਾਲੀਆਂ ਗੱਲਾਂ ਤੇ ਹੀ ਮਤਲਬ ਹੈ, ਹੋਰ ਕੋਈ ਮਤਲਬ ਨਹੀਂ ਹੈ। ਮੈਂ ਬੇਨਤੀ ਕਰਦਾ ਵੀ ਐਸਾ ਮਾਹੌਲ ਨਹੀਂ ਹੋਣਾ ਚਾਹੀਦਾ। ਇਸ ਮਾਹੌਲ ਨੂੰ ਜੇ ਤੁਹਾਡੇ ਇਰਦ ਗਿਰਦ ਜਿਹੜੇ ਲੋਕ ਰਹਿੰਦੇ ਨੇ, ਤੁਹਾਡੇ ਸਾਥੀ ਨੇ, ਜੇ ਉਹ ਵੀ ਆ ਕੇ ਕਿਸੇ ਦੀ ਚੁਗਲੀ ਕਰਦੇ ਨੇ, ਨਿੰਦਿਆ ਕਰਦੇ ਨੇ, ਹਾਂਜੀ, ਤੁਸੀਂ ਉਹਨੂੰ ਇਗਨੋਰ ਕਰਕੇ ਨਾ ਵੀ ਨਹੀਂ ਕੋਈ ਹੋਰ ਗੱਲ ਕਰ ਲੈ ਯਾਰ, ਹੈ ਆਪਾਂ ਜਿਹੜਾ ਪ੍ਰੋਗਰਾਮ ਦੇਣਾ ਹੈ ਉਹਦੇ ਆਪਣੇ ਅਗਲੇ ਗੀਤ ਦੀ ਗੱਲ ਕਰ ਲਓ ਤੁਸੀਂ, ਉਹਦਾ ਖਾਕਾ ਉਲੀਕ ਲਵੋ ਤਾਂ ਕਿ ਆਪਾਂ ਪ੍ਰੋਗਰਾਮ ਵਧੀਆ ਕਰ ਸਕੀਏ। ਆਪਾਂ ਟਾਈਮ ਖਰਾਬ ਕਰ ਰਹੇ ਹਾਂ। ਤਾਂ ਮੈਂ ਚਾਹੂੰਗਾ ਸਾਰੇ ਕਲਾਕਾਰਾਂ ਨੂੰ ਬੇਨਤੀ ਹੈ, ਪਰ ਕਲਾਕਾਰ ਤਾਂ ਖੁਦ ਬਹੁਤ ਸਮਝਦਾਰ ਹੁੰਦੇ ਨੇ, ਮੈਂ ਤਾਂ ਕੌਣ ਹੁੰਦਾ ਇਹ ਗੱਲ ਕਹਿਣ ਵਾਲਾ, ਪਰ ਫਿਰ ਵੀ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇਹ ਗੱਲ ਕਹੂੰਗਾ ਵੀ ਜੇ ਤੁਸੀਂ ਆਪਣੇ ਕੰਮ ਵੱਲ ਦੇਖਦੇ ਹੋ, ਤੁਹਾਡੀ ਬਹੁਤ ਲੰਬੀ ਉਮਰ ਹੈ, ਬਹੁਤ ਬੜੀ ਸਪੇਸ ਹੈ, ਤੁਹਾਡੀ ਬਹੁਤ ਵੱਡੀ ਆਡੀਅנס ਹੈ। ਜੇ ਤੁਸੀਂ ਇੱਕ ਆਡੀਅנס ਛੱਡ ਕੇ ਨੱਠ ਜਾਂਦੇ ਹੋ, ਬਸ ਫਿਰ ਤੁਸੀਂ ਇਹ ਸਮਝ ਲਓ ਵੀ ਜਿੱਥੇ ਪਹੁੰਚੇ ਹੋ ਉੱਥੇ ਫਿਰ ਤੁਹਾਡੇ ਮਗਰ ਆਉਣ ਵਾਲਾ ਵੀ ਉਨਾ ਹੀ ਤੇਜ਼ ਆ ਜਾਊਗਾ। ਜਿੰਨੇ ਤੇਜ਼ ਤੁਸੀਂ ਗਏ ਹੋ ਨਾ, ਉਨਾ ਹੀ ਤੇਜ਼ ਆਊਗਾ, ਤੁਸੀਂ ਰਹਿ ਜਾਓਗੇ, ਉਹ ਆ ਜਾਊਗਾ। ਜਦੋਂ ਉਹਨਾਂ ਤੇਜ਼ ਹੋ ਗਿਆ ਪਿੱਛੇ ਹੋਰ ਗੱਲ। ਇਸ ਕਰਕੇ ਅਸੀਂ ਲੋਕ ਰਾਣਾ ਜੀ, ਗੱਲ ਲੰਬੀ ਹੋ ਜਾਂਦੀ ਹੈ। ਜਦੋਂ ਮੈਂ ਤੇ ਰਣਜੀਤ ਜੀ ਗਾਉਣ ਲੱਗੇ ਆ ਜੀ, ਉਦੋਂ ਸਪੀਕਰ ਵੀ ਘੱਟ ਹੀ ਹੁੰਦੇ ਸੀਗੇ। 40 ਵੋਟ ਦਾ ਸਪੀਕਰ ਹੁੰਦਾ ਸੀਗਾ, ਜਿਹੜਾ ਜਦੋਂ ਬੰਦਾ ਬੋਲਦਾ ਸੀਗਾ ਐਂ ਲੱਗਦਾ ਜਿਵੇਂ ਜਨਾਨੀ ਬੋਲਦੀ ਹੈ, ਜਨਾਨੀ ਬੋਲਦੀ ਬੰਦਾ ਬੋਲਦਾ, ਮਤਲਬ ਇਹੋ ਜਿਹੇ ਸਪੀਕਰ ਸੀਗੇ। ਮਤਲਬ ਸਾਊਂਡ ਸਿਸਟਮ ਵੀ ਇੰਨਾ ਕੋਈ ਵਧੀਆ ਨਹੀਂ ਸੀ। ਤੇ ਨਾ ਹੀ ਉਦੋਂ ਪਬਲਿਸਿਟੀ ਵਾਸਤੇ ਆ ਕੋਈ ਪੇਪਰ ਛਪਦੇ ਸੀਗੇ, ਤੇ ਨਾ ਹੀ ਬੱਸਾਂ ਤੇ ਲਿਖਿਆ ਜਾਂਦਾ ਕੰਧਾਂ ਤੇ। ਅਸੀਂ ਤਾਂ ਗਾ ਕੇ ਪਿੰਡ 'ਚ ਜਾ ਕੇ ਇੱਕ ਪਿੰਡ 'ਚ ਜਾਣਾ, ਜੇ ਉੱਥੇ 200-400 ਆਦਮੀ ਹੈ, ਉਹਨਾਂ ਨੂੰ ਉਹ ਕਿਤੇ ਬਾਹਰ ਜਾ ਕੇ ਕੋਈ ਮਿਲ ਜਾਵੇ, ਯਾਰ ਸਾਡੇ ਪਿੰਡ ਇੱਕ ਗਾਉਣ ਵਾਲੇ ਆਏ ਸੀਗੇ, ਤੇ ਜੇ ਅਗਲੇ ਨੇ ਪੁੱਛਣਾ ਨਾਂ ਕੀ ਹੈ, ਵੀ ਨਾਂ ਦਾ ਤਾਂ ਹਾਲੇ ਪਤਾ ਨਹੀਂ ਹੈ, ਬਸ ਠੀਕ ਹੈ ਚੰਗਾ, ਨਹੀਂ ਆਉਂਦਾ ਸੀ ਨਾਂ, ਹਾਂਜੀ 1 ਲੱਖ ਦਿੱਤੇ। ਹੁਣ ਕੀ ਹੈ, ਹੁਣ ਤੁਹਾਡੀ ਪਹਿਲਾਂ ਕੈਸ਼ ਤੋਂ ਪਹਿਲਾਂ ਤੁਹਾਡੇ ਪੰਫਲੇਟ ਨਿਕਲਦੇ ਨੇ, ਕੈਸ਼ ਤੋਂ ਪਹਿਲਾਂ ਤੁਹਾਡੇ ਇਸ਼ਤਿਹਾਰ ਨਿਕਲਦੇ ਨੇ, ਟੀਜ਼ਰ ਆਉਂਦੇ ਨੇ, ਪ੍ਰੋਮੋ ਆਉਂਦੇ ਨੇ, ਪਹਿਲਾਂ ਤੁਹਾਡਾ ਅਗਲੇ ਨਾਂ ਜਾਣਦੇ ਨੇ। ਜੀ ਜੀ ਜੀ, ਸਾਡਾ ਨਾਂ ਨਹੀਂ ਸੀ ਕੋਈ ਜਾਣਦਾ, ਹਾਂਜੀ। ਇਸ ਕਰਕੇ ਮੈਂ ਸਮਝਦਾ ਅਸੀਂ ਉਸ ਤਰੀਕੇ ਨਾਲ ਲੋਕਾਂ 'ਚ ਆਏ ਹੋਏ ਹਾਂ। ਔਰ ਮੇਰਾ ਆਪਣਾ ਖਿਆਲ ਹੈ, ਜੇ ਮੈਂ ਝੂਠ ਨਾ ਬੋਲਾਂ,
ਹਾਲੇ ਵੀ ਲੋਕਾਂ ਦੇ ਦਿਲ 'ਚ ਹੈਗੀ ਇਹ ਗੱਲ। ਜੀ ਜੀ ਸਹੀ ਗੱਲ ਤਾਂ ਇਹ ਹੈ, ਕਿਉਂਕਿ ਕਈ ਵਾਰੀ ਜਦੋਂ ਲੋਕ ਸੁਣਦੇ ਨੇ ਜਾਂ ਫੋਨ ਕਰਦੇ ਨੇ ਉਹ ਦੱਸ ਦਿੰਦੇ ਨੇ ਵੀ ਜੀ ਅਸੀਂ ਤੁਹਾਡੇ ਬੜੇ ਫੈਨ ਆ, ਚੰਗਾ ਭਾਈ ਜਿਉਂਦੇ ਰਹੋ, ਜੇ ਤੁਸੀਂ ਸਾਡੇ ਫੈਨ ਹੋ ਤਾਂ ਅਸੀਂ ਤੁਰੇ ਫਿਰਦੇ ਹਾਂ। ਬਿਲਕੁਲ। ਨਹੀਂ, ਨਾਲੇ ਜਿਹੜਾ ਇੱਕ ਗਾਇਕ ਆ ਉਹ ਸਰੋਤਿਆਂ ਕਰਕੇ, ਚਾਹਣ ਵਾਲਿਆਂ ਕਰਕੇ ਹੀ ਹੁੰਦਾ, ਜਿਹੜੇ ਉਹਨਾਂ ਕਰਕੇ ਪਹੁੰਚੇ ਜਿੱਥੇ ਭਗਵਾਨ ਦਾ ਵਜੂਦ ਸਿਰਫ ਭਗਤਾਂ ਨਾਲ ਹੈ। ਮੁੱਕ ਗਈ ਗੱਲ। ਕੀ ਬਾਤ ਹੈ। ਚਲੋ ਬਹੁਤ ਧੰਨਵਾਦ ਸਦੀਕ ਸਾਹਿਬ ਸਮਾਂ ਦੇਣ ਦੇ ਲਈ। ਇਹ ਕੰਟਰੋਵਰਸੀ ਦੇ ਬਾਰੇ ਗੱਲ ਕਰਨਾ ਇਸ ਲਈ ਇਸ ਕਰਕੇ ਵੀ ਜ਼ਰੂਰੀ ਸੀਗਾ ਕਿਉਂਕਿ ਇੱਕ ਤਜਰਬਾ ਹੁੰਦਾ ਹੈ ਉਮਰ ਦਾ ਜੋ ਮੁਹੰਮਦ ਸਦੀਕ ਸਾਹਿਬ ਨੂੰ ਹੈ। 50-60 ਸਾਲਾਂ ਤੋਂ ਉਹ ਗਾ ਰਹੇ ਨੇ ਲਗਾਤਾਰ, ਹੁਣ ਵੀ ਉਹ ਪ੍ਰੋਗਰਾਮ ਕਰਦੇ ਨੇ ਤੇ MLA ਵੀ ਰਹਿ ਚੁੱਕੇ ਨੇ ਤੇ ਹੁਣ MP ਵੀ ਨੇ, ਪ੍ਰੋਗਰਾਮ ਫਿਰ ਵੀ ਕਰਦੇ ਨੇ। ਤੇ ਜਿਹੜੇ ਅੱਜ ਕੱਲ੍ਹ ਦੇ ਗਾਇਕ ਨੇ ਆਪਸ ਦੇ ਵਿੱਚ ਇਸ ਤਰ੍ਹਾਂ ਕੰਟਰੋਵਰਸੀਜ਼ ਦੇ ਨਾਲ, ਆਪਸ ਦੇ ਵਿੱਚ ਇਸ ਤਰ੍ਹਾਂ ਉਲਝਣ ਦੇ ਨਾਲ, ਇਹ ਕੋਈ ਚੰਗੀ ਗੱਲ ਨਹੀਂ, ਇਹ ਸੇਧ ਵਾਲੀ ਗੱਲ ਨਹੀਂ ਹੈਗੀ। ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਚੰਗੀ ਸੇਧ ਨਹੀਂ ਲੈ ਸਕਦੀਆਂ। ਚੰਗਾ ਗਾਓ, ਚੰਗਾ ਪਰੋਸੋ, ਤੁਹਾਨੂੰ ਲੋਕ ਪਿਆਰ ਕਰਨਗੇ, ਸਰੋਤੇ ਪਿਆਰ ਕਰਨਗੇ। ਇਸ ਤਰ੍ਹਾਂ ਆਪਸ ਦੇ ਵਿੱਚ ਟਾਈਮ ਪਾਉਣੇ, ਗਾਲੀ ਗਲੋਚ ਕਰਨਾ, ਭੱਦੀ ਸ਼ਬਦਾਵਲੀ ਵਰਤਣੀ, ਇਹ ਸ਼ੋਭਾ ਨਹੀਂ ਦਿੰਦੀ ਹੈਗੀ। ਫਿਲਹਾਲ ਕੈਮਰਾਮੈਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।